ਹੈਲੋ ਬੱਚੋ, ਅੱਜ ਅਸੀਂ ਗੱਲ ਕਰਾਂਗੇ ਕਾਰਬਨ ਅਤੇ ਉਸ ਦੇ ਯੌਗਿਕਾਂ ਬਾਰੇ। ਕਾਰਬਨ ਨੂੰ ਅਸੀਂ C ਨਾਲ ਡਿਨੋਟ ਕਰਦੇ ਹਾਂ। ਇਸ ਦਾ ਪਰਮਾਣੂ ਅੰਕ 6 ਹੈ। ਅਤੇ ਕਾਰਬਨ ਯੌਗਿਕਾਂ ਤੋਂ ਭਾਵ ਹੁੰਦਾ ਹੈ ਕੰਪਾਊਂਡ। ਜੋ ਵੀ ਕੰਪਾਊਂਡ ਸੇਮ ਐਲੀਮੈਂਟ ਜਾਂ ਡਿਫਰੈਂਟ ਐਲੀਮੈਂਟ ਤੋਂ ਬਣੇ ਹੁੰਦੇ ਹਨ, ਮਿਲ ਕੇ ਡਿਫਰੈਂਟ ਕੈਮੀਕਲ ਬੌਂਡਿੰਗ ਰਾਹੀਂ ਜੁੜੇ ਹੁੰਦੇ ਹਨ। ਅਤੇ ਅੱਜ ਅਸੀਂ ਕਾਰਬਨ ਅਤੇ ਉਸ ਦੇ ਯੌਗਿਕਾਂ ਨਾਲ ਜੁੜੇ ਹੋਏ ਯੌਗਿਕ ਬਾਰੇ ਪੜ੍ਹਾਂਗੇ। ਠੀਕ ਹੈ। ਤੁਸੀਂ ਸੋਚ ਰਹੇ ਹੋਵੋਗੇ ਬੱਚਿਓ ਕਿ ਕਾਰਬਨ ਦੇ ਬਾਰੇ ਹੀ ਕਿਉਂ, ਜਦ ਕਿ ਇਸ ਸਮੇਂ 115 ਤੱਤ ਹੋਰ ਵੀ ਹਨ। ਇਸ ਲਈ ਕਿਉਂਕਿ ਇਹ ਬਹੁਤ ਹੀ ਮਹੱਤਵਪੂਰਨ ਤੱਤ ਹੈ, ਜਿਸ ਦਾ ਰੋਜ਼ਾਨਾ ਜ਼ਿੰਦਗੀ ਵਿੱਚ ਬਹੁਤ ਹੀ ਮਹੱਤਵ ਹੈ। ਭੋਜਨ, ਕੱਪੜੇ, ਦਵਾਈਆਂ, ਕਿਤਾਬਾਂ ਆਦਿ ਸਾਰੀ ਵਸਤੂਆਂ ਵਿੱਚ ਕਾਰਬਨ ਹੁੰਦਾ ਹੈ। ਇਸ ਤੋਂ ਇਲਾਵਾ ਆਪਣੇ ਸਰੀਰ ਵਿੱਚ ਵੀ ਕਾਰਬਨ ਮੌਜੂਦ ਹੁੰਦਾ ਹੈ। ਦਰੱਖਤਾਂ ਦੇ ਪੌਦਿਆਂ ਵਿੱਚ ਵੀ ਕਾਰਬਨ ਮੌਜੂਦ ਹੁੰਦਾ ਹੈ। ਪੈਟਰੋਲ, ਡੀਜ਼ਲ ਵਿੱਚ ਵੀ ਕਾਰਬਨ ਦੀ ਮੌਜੂਦਗੀ ਹੁੰਦੀ ਹੈ। ਇਸ ਤਰ੍ਹਾਂ ਕਾਰਬਨ ਦੀ ਉਪਯੋਗਤਾ ਬਹੁਤ ਹੀ ਜ਼ਿਆਦਾ ਹੈ ਸਾਡੀ ਜ਼ਿੰਦਗੀ ਵਿੱਚ। ਕਾਰਬਨ ਭੂ-ਪੱਟੀ 'ਤੇ ਬਹੁਤ ਹੀ ਕਮ ਮਾਤਰਾ ਵਿੱਚ ਉਪਲਬਧ ਹੈ। ਇਹ ਸਿਰਫ 0.02% ਕਾਰਬਨ ਹੀ ਅਵੇਲੇਬਲ ਹੈ। ਕਾਰਬੋਨੇਟ, ਹਾਈਡਰੋਜਨ, ਕਾਰਬਨ, ਕੋਲ ਅਤੇ ਪੈਟਰੋਲੀਅਮ ਦੇ ਰੂਪ ਵਿੱਚ ਸਾਡੀ ਧਰਤੀ ਦੇ ਵਿੱਚ ਉਪਲਬਧ ਹੈ। ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਫਾਰਮ ਵਿੱਚ ਕਾਰਬਨ ਉਪਲਬਧ ਹੁੰਦਾ ਹੈ। ਇਸ ਦੀ ਮਾਤਰਾ ਉੱਥੇ ਵੀ 0.03% ਹੀ ਹੈ, ਜੋ ਕਿ ਬਹੁਤ ਕਮ ਮਾਤਰਾ ਹੈ। ਤੁਸੀਂ ਹੁਣ ਤੱਕ ਅੰਦਾਜ਼ਾ ਲਾ ਚੁੱਕੇ ਹੋਵੋਗੇ ਕਿ ਇੰਨੀ ਘੱਟ ਮਾਤਰਾ ਵਿੱਚ ਹੋਣ ਦੇ ਬਾਵਜੂਦ ਵੀ ਇਸ ਦੀ ਉਪਯੋਗਤਾ ਬਹੁਤ ਜ਼ਿਆਦਾ ਹੈ। ਆਓ ਬੱਚੋ, ਅਸੀਂ ਹੁਣ ਕਾਰਬਨ ਅਤੇ ਉਸਦੀ ਪ੍ਰੋਪਰਟੀਆਂ ਬਾਰੇ ਪੜ੍ਹਦੇ ਹਾਂ। ਅੱਜ ਦਾ ਆਪਣਾ ਪਹਿਲਾ ਟੌਪਿਕ ਹੈ ਕਾਰਬਨ ਦੇ ਸਹਿਸੰਯੋਜਕ ਬੰਧਨ। ਠੀਕ ਹੈ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ NaCl ਇੱਕ ਆਇਓਨਿਕ ਬੌਂਡ ਰਾਹੀਂ ਜੁੜਿਆ ਹੁੰਦਾ ਹੈ। ਇਸ ਦੇ ਵਿੱਚ ਸੋਡੀਅਮ ਅਤੇ ਕਲੋਰੀਨ ਇੱਕ ਆਇਓਨਿਕ ਬੌਂਡ ਰਾਹੀਂ ਜੁੜੇ ਹੁੰਦੇ ਹਨ। ਇਸ ਲਈ ਇਸ ਦਾ ਮੈਲਟਿੰਗ ਪੁਆਇੰਟ ਅਤੇ ਬੋਇਲਿੰਗ ਪੁਆਇੰਟ ਬਹੁਤ ਜ਼ਿਆਦਾ ਹੁੰਦਾ ਹੈ, ਕਿਉਂਕਿ ਇਹਨਾਂ ਦੇ ਵਿੱਚ ਇਲੈਕਟ੍ਰੋਸਟੈਟਿਕ ਫੋਰਸ ਬਹੁਤ ਅਧਿਕ ਹੁੰਦੀ ਹੈ। ਅਸੀਂ ਹੁਣ ਕਾਰਬਨ ਦੇ ਯੌਗਿਕਾਂ ਦੇ ਬਾਰੇ ਗੱਲ ਕਰਦੇ ਹਾਂ। ਕਾਰਬਨ ਇੱਕ ਅਧਾਤ ਹੈ। ਕਾਰਬਨ ਬਿਜਲੀ ਦੇ ਕੁਚਾਲਕ ਹੁੰਦਾ ਹੈ। ਇਸ ਤਰ੍ਹਾਂ ਉਸ ਦੇ ਯੌਗਿਕ ਵੀ ਕਾਰਬਨ ਦੇ ਬਿਜਲੀ ਦੇ ਕੁਚਾਲਕ ਹੁੰਦੇ ਹਨ। ਜਿਵੇਂ ਕਿ ਆਹ ਸਾਰਣੀ 4.1 ਦੇ ਵਿੱਚ ਦਿਖਾਇਆ ਗਿਆ ਹੈ ਕਿ ਕਾਰਬਨ ਦੇ ਯੌਗਿਕਾਂ ਦੀ ਪਿਘਲਾਣ ਦਰਜਾ ਅਤੇ ਉਬਲਣ ਦਰਜਾ, ਮੈਲਟਿੰਗ ਅਤੇ ਬੋਇਲਿੰਗ ਪੁਆਇੰਟ ਬਹੁਤ ਹੀ ਘੱਟ ਹੈ। ਇਸ ਲਈ ਇਹਨਾਂ ਤੱਤਾਂ ਵਿੱਚ ਆਕਰਸ਼ਣ ਬਲ ਵੀ ਬਹੁਤ ਘੱਟ ਹੈ। ਇਹ ਸਾਰੇ ਯੌਗਿਕ ਬਿਜਲੀ ਦੇ ਕੁਚਾਲਕ ਹੁੰਦੇ ਹਨ। ਕਾਰਬਨ ਇੱਕ ਧਾਤ ਹੈ ਜਿਸ ਵਿੱਚ ਬਿਜਲੀ ਦਾ ਸੰਚਾਰਨ ਨਹੀਂ ਹੁੰਦਾ। ਇਸ ਲਈ ਕਾਰਬਨ ਦੇ ਆਇਨ ਵਿੱਚ ਆਕਰਸ਼ਣ ਬਲ ਵੀ ਘੱਟ ਹੈ। ਇਹਨਾਂ ਯੌਗਿਕਾਂ ਦੇ ਬੰਧਨ 'ਤੇ ਆਇਨ ਪ੍ਰਾਪਤ ਨਹੀਂ ਹੁੰਦੇ। ਆਓ ਅਸੀਂ ਹੁਣ ਕਾਰਬਨ ਦੀ ਇਲੈਕਟ੍ਰੋਨਿਕ ਤਰਤੀਬ ਬਾਰੇ ਜਾਣਦੇ ਹਾਂ। ਕਾਰਬਨ ਦਾ ਪਰਮਾਣੂ ਅੰਕ 6 ਹੈ। ਇਸ ਲਈ ਇਸ ਦੀ ਇਲੈਕਟ੍ਰੋਨਿਕ ਤਰਤੀਬ ਵਿੱਚ 2,4 ਹੈ। ਇਸ ਦਾ ਮਤਲਬ ਇਸ ਦੇ ਬਾਹਰਲੀ ਸ਼ੈੱਲ ਦੇ ਵਿੱਚ 4 ਇਲੈਕਟ੍ਰੋਨ ਹਨ ਅਤੇ ਕਿਰਿਆਸ਼ੀਲਤਾ ਇਸ ਦੇ ਬਾਹਰਲੇ ਇਲੈਕਟ੍ਰੋਨ ਦੇ ਸ਼ੈੱਲ ਦੇ ਉੱਤੇ ਨਿਰਭਰ
ਕਰਦੀ ਹੈ। ਬਾਹਰਲੀ ਸ਼ੈੱਲ ਦੇ ਵਿੱਚ 4 ਇਲੈਕਟ੍ਰੋਨ ਹੋਣ ਕਰਕੇ ਇਹਦਾ ਅਸ਼ਟਕ ਕੰਪਲੀਟ ਨਹੀਂ ਹੁੰਦਾ। ਹੁਣ ਇਹਨੂੰ ਆਪਣਾ ਅਸ਼ਟਕ ਕੰਪਲੀਟ ਕਰਨ ਲਈ ਜਾਂ ਤਾਂ 4 ਇਲੈਕਟ੍ਰੋਨਸ ਨੂੰ ਕਿਸੇ ਹੋਰ ਨੂੰ ਦੇਣਾ ਪਵੇਗਾ ਜਾਂ 4 ਇਲੈਕਟ੍ਰੋਨ ਕਿਸੇ ਤੋਂ ਪ੍ਰਾਪਤ ਕਰਨ ਪੈਣਗੇ। ਇਸ ਤਰ੍ਹਾਂ 2 ਸਥਿਤੀਆਂ ਉਤਪੰਨ ਹੋ ਜਾਂਦੀਆਂ ਹਨ। ਪਹਿਲੀ ਸਥਿਤੀ ਵਿੱਚ ਜੇਕਰ ਕਾਰਬਨ 4 ਇਲੈਕਟ੍ਰੋਨ ਪ੍ਰਾਪਤ ਕਰ ਲੈਂਦਾ ਹੈ ਤਾਂ ਉਸ ਉੱਤੇ ਨੈਗੇਟਿਵ ਚਾਰਜ ਆ ਜਾਂਦਾ ਹੈ। ਇਸ ਤਰ੍ਹਾਂ ਉਹ ਕਰਜ਼ਦਾਰ ਬਣ ਜਾਂਦਾ ਹੈ। ਪਰੰਤੂ ਕਾਰਬਨ ਦੇ ਨਾਭਿਕ ਜਾਂ ਨਿਊਕਲੀਅਸ ਵਿੱਚ ਜਿੰਨੇ ਪ੍ਰੋਟੋਨ ਹੁੰਦੇ ਹਨ ਓਨੇ ਹੀ ਨਿਊਟਰੋਨ ਹੁੰਦੇ ਹਨ। 6 ਪ੍ਰੋਟੋਨ ਵਾਲੇ ਨਿਊਕਲੀਅਸ ਲਈ 10 ਇਲੈਕਟ੍ਰੋਨ ਨੂੰ ਸੰਭਾਲਣਾ ਔਖਾ ਹੋਵੇਗਾ। ਇਸ ਲਈ 4 ਇਲੈਕਟ੍ਰੋਨ ਉਸ ਨੂੰ ਪ੍ਰਾਪਤ ਕਰਨ ਵਿੱਚ ਬਹੁਤ ਔਖਾ ਮਹਿਸੂਸ ਹੋਏਗਾ। ਦੂਜੀ ਸਥਿਤੀ ਵਿੱਚ 4 ਇਲੈਕਟ੍ਰੋਨ ਕਿਸੇ ਨੂੰ ਦੇ ਦੇਵੇ ਅਤੇ ਇਸ ਉੱਤੇ ਪੋਜ਼ੀਟਿਵ ਚਾਰਜ ਆ ਜਾਵੇਗਾ। ਇਸ ਦਾ ਮਤਲਬ ਇਹ ਹੈ ਕਿ ਇਹ ਕਿਸੇ ਨੂੰ ਕਰਜ਼ ਦੇ ਦੇਵੇ। 4 ਇਲੈਕਟ੍ਰੋਨ ਨੂੰ ਗਵਾ ਕੇ 6 ਪ੍ਰੋਟੋਨ ਵਾਲੇ ਨਿਊਕਲੀਅਸ ਵਿੱਚ 2 ਇਲੈਕਟ੍ਰੋਨ ਵਾਲਾ ਕਾਰਬਨ ਪੋਜ਼ੀਟਿਵ ਜਾਂ ਧਨ ਚਾਰਜ ਬਣਾਉਣ ਲਈ ਕਾਫੀ ਊਰਜਾ ਦੀ ਲੋੜ ਪਵੇਗੀ। ਇਸ ਤਰ੍ਹਾਂ ਕਾਰਬਨ ਨਾ ਤਾਂ ਇਲੈਕਟ੍ਰੋਨ ਦੇਣ ਦੀ ਸਥਿਤੀ ਵਿੱਚ ਹੋ ਸਕਦਾ ਹੈ, ਨਾ ਇਲੈਕਟ੍ਰੋਨ ਪ੍ਰਾਪਤ ਕਰਨ ਦੀ ਸਥਿਤੀ ਵਿੱਚ ਉਤਪੰਨ ਹੋ ਸਕਦੀ ਹੈ। ਇਸ ਲਈ ਕਾਰਬਨ ਹੋਰ ਤੱਤਾਂ ਦੇ ਨਾਲ ਮਿਲ ਕੇ ਸੰਯੋਜਕ ਬਣਾਉਂਦਾ ਕਰਕੇ ਨਵੇਂ ਬੌਂਡਿੰਗ ਬਣਾਉਂਦਾ ਹੈ। ਸਿਰਫ ਕਾਰਬਨ ਹੀ ਨਹੀਂ, ਬਹੁਤ ਸਾਰੇ ਇਸ ਤਰ੍ਹਾਂ ਦੇ ਤੱਤ ਹਨ ਜੋ ਇਹ ਸਾਂਝੇ ਇਲੈਕਟ੍ਰੋਨ ਲੈ ਕੇ ਅਣੂਆਂ ਦਾ ਨਿਰਮਾਣ ਕਰਦੇ ਹਨ। ਇਹ ਸਾਂਝੇ ਇਲੈਕਟ੍ਰੋਨ ਸਿਰਫ ਪਰਮਾਣੂ ਦੇ ਬਾਹਰਲੀ ਸ਼ੈੱਲ ਵਿੱਚ ਹੁੰਦੇ ਹਨ। ਇਸ ਤਰ੍ਹਾਂ ਦੋਵੇਂ ਪਰਮਾਣੂ ਨੇੜੇ ਦੀ ਨੋਬਲ ਗੈਸ ਦੀ ਇਲੈਕਟ੍ਰੋਨ ਤਰਤੀਬ ਨੂੰ ਪ੍ਰਾਪਤ ਕਰ ਲੈਂਦੇ ਹਨ। ਆਓ ਅਸੀਂ ਹੁਣ ਕੁਝ ਆਮ ਅਣੂਆਂ ਦੇ ਬਾਰੇ ਗਿਆਨ ਪ੍ਰਾਪਤ ਕਰੀਏ। ਜਿਵੇਂ ਕਿ ਸਾਨੂੰ ਪਤਾ ਹੈ ਕਿ ਹਾਈਡਰੋਜਨ ਇੱਕ ਅਣੂ ਹੈ। ਹਾਈਡਰੋਜਨ ਅਣੂ ਦੇ ਬਾਹਰਲੀ ਸ਼ੈੱਲ ਦੇ ਵਿੱਚ ਇੱਕ ਇਲੈਕਟ੍ਰੋਨ ਹੈ। ਅਸੀਂ ਦੇਖ ਰਹੇ ਹਾਂ ਕਿ ਹਾਈਡਰੋਜਨ ਦੇ ਹਰੇਕ ਅਣੂ ਕੋਲ ਇੱਕ ਇਲੈਕਟ੍ਰੋਨ ਹੈ, ਜਿਹੜੀ ਉਸਦੀ ਸਭ ਤੋਂ ਬਾਹਰਲੀ ਸ਼ੈੱਲ K ਵਿੱਚ ਮੌਜੂਦ ਹੈ। ਚਿੱਤਰ ਰਾਹੀਂ ਆਪਾਂ ਇਲੈਕਟ੍ਰੋਨ ਨੂੰ ਸਾਂਝਾ ਕਰਦੇ ਹੋਏ ਵੀ ਦੇਖ ਰਹੇ ਹਾਂ। ਇਸ ਤਰ੍ਹਾਂ ਦੋਨੋਂ ਇਲੈਕਟ੍ਰੋਨਾਂ ਨੂੰ ਸਾਂਝੇ ਕਰ ਰਿਹਾ ਦਿਖਾਈ ਦੇ ਰਿਹਾ ਹੈ। ਇਸ ਤਰ੍ਹਾਂ ਦੋਨੋਂ ਇਲੈਕਟ੍ਰੋਨ ਆਪਣੀ ਨੋਬਲ ਗੈਸ ਤਰਤੀਬ ਨੂੰ ਪ੍ਰਾਪਤ ਕਰ ਲੈਂਦੇ ਹਨ। ਹੁਣ ਇਸ ਦੇ ਵਿੱਚ ਸਿਰਫ ਇੱਕ ਇਲੈਕਟ੍ਰੋਨ ਦੀ ਜੋੜੀ ਹੀ ਸਾਂਝੀ ਹੋ ਰਹੀ ਹੈ। ਇਸ ਲਈ ਇਸ ਨੂੰ ਇਕਹਿਰੀ ਬੰਧਨ ਕਿਹਾ ਜਾਂਦਾ ਹੈ ਅਤੇ ਇਸ ਨੂੰ ਇੱਕ ਛੋਟੀ ਰੇਖਾ ਦੇ ਨਾਲ ਦਰਸਾਇਆ ਜਾਂਦਾ ਹੈ। ਸਾਂਝੇ ਕੀਤੇ ਇਲੈਕਟ੍ਰੋਨਾਂ ਦੀ ਜੋੜੀ ਪਰਮਾਣੂਆਂ ਦੇ ਵਿੱਚ ਇੱਕ ਬੰਧਨ ਬਣਾਉਂਦੀ ਹੈ, ਜਿਸ ਨੂੰ ਛੋਟੀ ਰੇਖਾ ਨਾਲ ਦਰਸਾਇਆ ਜਾਂਦਾ ਹੈ। ਆਓ ਹੁਣ ਅਸੀਂ ਆਕਸੀਜਨ ਦੀ ਇਲੈਕਟ੍ਰੋਨਿਕ ਬਿੰਦੂ ਰਚਨਾ ਬਾਰੇ ਜਾਣੀਏ। ਆਕਸੀਜਨ ਦਾ ਪਰਮਾਣੂ ਅੰਕ 8 ਹੈ। ਇਲੈਕਟ੍ਰੋਨਿਕ ਤਰਤੀਬ ਲਈ ਇਸ ਦੀ ਬਾਹਰਲੀ ਸ਼ੈੱਲ ਦੇ ਵਿੱਚ 6 ਇਲੈਕਟ੍ਰੋਨਸ ਹੋਣਗੇ। ਇਸ ਲਈ ਚਿੱਤਰ ਵਿੱਚ ਦਿਖਾਏ ਗਏ ਚਿੱਤਰ ਦੇ ਅਨੁਸਾਰ ਇਹ ਦੋ ਇਲੈਕਟ੍ਰੋਨ ਆਪਸ ਵਿੱਚ ਸ਼ੇਅਰ ਜਾਂ ਸਾਂਝੇ ਕਰ ਦੇਣਗੇ। ਇਸ ਲਈ ਇਹਨਾਂ ਦੇ ਵਿੱਚ ਇਕਹਿਰ 2 ਇਲੈਕਟ੍ਰੋਨਾਂ ਦੀ ਸਾਂਝ ਹੁੰਦੀ ਹੈ। ਆਕਸੀਜਨ ਵਿੱਚ 2 ਇਲੈਕਟ੍ਰੋਨਾਂ ਦੀ ਸਾਂਝ ਹੁੰਦੀ ਹੈ ਅਤੇ ਇਸ ਲਈ ਇਹਨਾਂ ਨੂੰ ਦੋਹਰਾ ਬੰਧਨ ਜਾਂ ਡਬਲ ਬੌਂਡ ਰਾਹੀਂ ਕਿਹਾ ਜਾਂਦਾ ਹੈ ਅਤੇ 2 ਲਾਈਨਾਂ ਰਾਹੀਂ ਦਰਸਾਇਆ ਜਾਂਦਾ ਹੈ। ਇਸੇ ਤਰ੍ਹਾਂ ਅੱਗੇ ਵਧਦੇ ਹੋਏ
ਅਸੀਂ ਹੁਣ ਨਾਈਟ੍ਰੋਜਨ ਪਰਮਾਣੂ ਬਾਰੇ ਜਾਣਕਾਰੀ ਦੇਖਾਂਗੇ। ਨਾਈਟ੍ਰੋਜਨ ਪਰਮਾਣੂ ਦੇ ਵਿੱਚ ਵੀ ਦਾ ਪਰਮਾਣੂ ਅੰਕ 7 ਹੈ ਅਤੇ ਇਸ ਦੀ ਇਲੈਕਟ੍ਰੋਨਿਕ ਬਿੰਦੂ ਸੰਰਚਨਾ ਚਿੱਤਰ ਵਿੱਚ ਦਿਖਾਈ ਗਈ ਹੈ। ਬਾਹਰਲੇ ਸ਼ੈੱਲ ਦੇ ਵਿੱਚ 5 ਇਲੈਕਟ੍ਰੋਨ ਹੋਣਗੇ ਅਤੇ ਇਸ ਲਈ ਜਿਹੜੇ ਇਲੈਕਟ੍ਰੋਨ ਸਾਂਝੇ ਕਰੇਗਾ ਇਸ ਨੂੰ 3 ਇਲੈਕਟ੍ਰੋਨਾਂ ਨੂੰ ਆਪਸ ਵਿੱਚ ਸਾਂਝੇ ਕਰਨਾ ਪਏਗਾ ਤਾਂ ਕਿ ਇਹਨਾਂ ਦਾ ਅਸ਼ਟਕ ਕੰਪਲੀਟ ਪੂਰਾ ਹੋ ਜਾਵੇ। ਇਹ ਪ੍ਰਾਪਤ ਕਰਨ ਲਈ ਉਸ ਨੂੰ 3 ਇਲੈਕਟ੍ਰੋਨਾਂ ਨੂੰ ਇੱਕ ਦੂਜੇ ਨਾਲ ਸਾਂਝੇ ਕਰਨਾ ਪਏਗਾ। ਹੁਣ ਅਸੀਂ ਦੇਖ ਰਹੇ ਹਾਂ ਕਿ ਨਾਈਟ੍ਰੋਜਨ ਦੇ ਵਿੱਚ 3 ਇਲੈਕਟ੍ਰੋਨ ਸਾਂਝੇ ਹੋ ਰਹੇ ਹਨ। ਇਸ ਲਈ ਇਸ ਨੂੰ ਟ੍ਰਿਪਲ ਬੌਂਡ ਜਾਂ ਤੀਹਰਾ ਬੰਧਨ ਕਿਹਾ ਜਾਂਦਾ ਹੈ। ਹੁਣ ਤੱਕ ਅਸੀਂ ਦੇਖਿਆ ਕਿ ਇਲੈਕਟ੍ਰੋਨ ਜਦੋਂ ਇੱਕ ਇਲੈਕਟ੍ਰੋਨ ਸਹਿਸੰਯੋਜਨ ਬੰਧਨ ਵਿੱਚ ਜਦੋਂ ਇੱਕ ਇਲੈਕਟ੍ਰੋਨ ਸਾਂਝਾ ਹੁੰਦਾ ਹੈ ਤਾਂ ਉਹਨੂੰ ਇਕਹਿਰੀ ਬੰਧਨ ਜਿਵੇਂ ਕਿ ਹਾਈਡਰੋਜਨ ਵਿੱਚ ਦਿਖਾਇਆ ਗਿਆ ਸੀਗਾ। ਜਦੋਂ ਇਲੈਕਟ੍ਰੋਨ 2 ਸਾਂਝੇ ਹੁੰਦੇ ਹਨ ਅਤੇ ਉਹਨਾਂ ਦੇ ਵਿੱਚ ਦੋਹਰਾ ਬੰਧਨ ਅਤੇ ਜਦੋਂ ਜਿਵੇਂ ਕਿ ਆਕਸੀਜਨ ਦੇ ਵਿੱਚ ਦੱਸਿਆ ਗਿਆ ਸੀਗਾ ਅਤੇ ਜਦੋਂ ਨਾਈਟ੍ਰੋਜਨ ਜਿਹਦੇ ਵਿੱਚ 3 ਇਲੈਕਟ੍ਰੋਨ ਸ਼ੇਅਰ ਹੁੰਦੇ ਹਨ ਜਾਂ ਸਾਂਝੇ ਹੁੰਦੇ ਹਨ ਉਹਨੂੰ ਤੀਹਰਾ ਬੰਧਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਅਸੀਂ 3 ਤਰ੍ਹਾਂ ਦੇ ਬੌਂਡਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਲਈ ਹੈ। ਪਹਿਲਾ ਸਿੰਗਲ ਬੌਂਡ ਇਕਹਿਰੀ ਬੰਧਨ ਜਿਹਦੇ ਵਿੱਚ ਇੱਕ ਇਲੈਕਟ੍ਰੋਨ ਸ਼ੇਅਰ ਕੀਤਾ ਜਾਂਦਾ ਹੈ। ਦੂਸਰਾ ਡਬਲ ਬੌਂਡ ਦੋਹਰੀ ਬੰਧਨ ਜਿਸ ਦੇ ਵਿੱਚ 2 ਇਲੈਕਟ੍ਰੋਨ ਸਾਂਝੇ ਕੀਤੇ ਜਾਂਦੇ ਹਨ ਅਤੇ ਤੀਸਰਾ ਨਾਈਟ੍ਰੋਜਨ ਤੀਹਰਾ ਬੰਧਨ ਜਿਹਦੇ ਵਿੱਚ 3 ਇਲੈਕਟ੍ਰੋਨ ਸਾਂਝੇ ਕੀਤੇ ਜਾਂਦੇ ਹਨ। ਆਓ ਹੁਣ ਅਸੀਂ ਅੱਗੇ ਵਧਦੇ ਹੋਏ ਐਮੋਨੀਆ ਫਾਰਮੂਲਾ ਦੇ ਬਾਰੇ ਕੁਝ ਜਾਣਕਾਰੀ ਪ੍ਰਾਪਤ ਕਰਦੇ ਹਨ। ਐਮੋਨੀਆ ਦੀ ਇਲੈਕਟ੍ਰੋਨਿਕ ਬਿੰਦੂ ਸਟਰਕਚਰ ਨੂੰ ਨੋਟ ਕਰਦੇ ਹਨ। ਐਮੋਨੀਆ ਦਾ ਮੋਲੀਕੂਲਰ ਫਾਰਮੂਲਾ NH3 ਹੈ। ਇਸ ਲਈ ਇਹਦੇ ਵਿੱਚ ਅਸੀਂ ਦੇਖਾਂਗੇ ਕਿ N ਦੇ ਬਾਹਰਲੇ ਸ਼ੈੱਲ ਵਿੱਚ 5 ਇਲੈਕਟ੍ਰੋਨ ਹਨ ਅਤੇ ਇਹਦੇ 3 ਇਲੈਕਟ੍ਰੋਨ ਇਹਦੇ ਦੋਨੋਂ ਸਾਈਡਾਂ 'ਤੇ ਵਿੱਚ ਹੋਣਗੇ। 2 ਇਲੈਕਟ੍ਰੋਨ ਜਿਹੜੇ ਹੈਗੇ ਬਾਹਰਲੇ ਸ਼ੈੱਲ 'ਤੇ ਇੱਕ ਇਲੈਕਟ੍ਰੋਨ ਹਾਈਡਰੋਜਨ ਦੇ ਨਾਲ ਸਾਂਝੇ ਕਰਦੇ ਹਨ ਅਤੇ ਇਸ ਤਰ੍ਹਾਂ ਇਹ ਆਪਣਾ ਅਸ਼ਟਕ ਪੂਰਾ ਕਰ ਲੈਂਦੇ ਹਨ ਅਤੇ ਮੋਲੀਕੂਲਰ ਫਾਰਮੂਲਾ NH3 ਬਣ ਜਾਂਦਾ ਹੈ। ਇਸੇ ਚੀਜ਼ ਨੂੰ ਅੱਗੇ ਲੈ ਜਾਂਦੇ ਹੋਏ ਅਸੀਂ ਹੁਣ ਕਾਰਬਨ ਦੇ ਯੌਗਿਕ ਜਿਹੜਾ ਸਭ ਤੋਂ ਸੌਖਾ ਯੌਗਿਕ ਉਹਦਾ ਹੈਗਾ ਮੀਥੇਨ ਹੈ। ਮੀਥੇਨ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ। ਇਸ ਦੀ ਸੰਰਚਨਾ ਚਿੱਤਰ ਵਿੱਚ ਦਿਖਾਈ ਗਈ ਸੰਰਚਨਾ ਦੇ ਅਨੁਸਾਰ ਹੈ। ਇਸ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਕਾਰਬਨ ਦੇ ਬਾਹਰਲੀ ਸ਼ੈੱਲ ਵਿੱਚ 4 ਇਲੈਕਟ੍ਰੋਨ ਹੁੰਦੇ ਹਨ ਜਿਹੜੇ ਕਿ ਹਾਈਡਰੋਜਨ ਦੇ ਨਾਲ ਇਲੈਕਟ੍ਰੋਨ ਨਾਲ ਸਾਂਝੇ ਹੋ ਰਹੇ ਹਨ। ਚਾਰੇ ਪਾਸੇ ਕਾਰਬਨ ਨੂੰ ਚਾਰੇ ਪਾਸੇ ਹਾਈਡਰੋਜਨ ਨਾਲ ਘੇਰਿਆ ਹੋਇਆ ਹੈ। ਠੀਕ ਹੈ। ਕਾਰਬਨ ਹੁਣ ਇੱਕ ਇਲੈਕਟ੍ਰੋਨ ਹਾਈਡਰੋਜਨ ਨੂੰ ਦੇਵੇਗਾ ਅਤੇ ਹਾਈਡਰੋਜਨ ਇੱਕ ਇਲੈਕਟ੍ਰੋਨ ਲੈ ਲਵੇਗਾ। ਇਸ ਤਰ੍ਹਾਂ ਆਪਸ ਵਿੱਚ ਇਹ ਦੋਨੋਂ ਸਾਂਝੇਦਾਰੀ ਕਰ ਲੈਣਗੇ ਅਤੇ ਸਾਂਝੇਦਾਰੀ ਕਰਕੇ CH4 ਨਾਂ ਦਾ ਮੋਲੀਕੂਲਰ ਬਣਾਉਂਦੇ ਹਨ। ਇਸ ਪ੍ਰਕਾਰ 2 ਪਰਮਾਣੂਆਂ ਵਿਚਕਾਰ ਇਲੈਕਟ੍ਰੋਨਾਂ ਦੇ ਇੱਕ ਜੋੜੇ ਦੀ ਸਾਂਝ ਦੁਆਰਾ ਬਣਨ ਵਾਲੇ ਬੰਧਨ ਨੂੰ ਸਹਿਸੰਯੋਜਕ ਬੰਧਨ ਕਹਿੰਦੇ ਹਨ। ਇਸ ਤਰ੍ਹਾਂ ਬੰਧਨ ਬਹੁਤ ਮਜ਼ਬੂਤ ਹੁੰਦੇ ਹਨ ਅਤੇ ਅਣੂ ਵਿਚਕਾਰ ਬਲ ਬਹੁਤ ਮੱਧਮ ਹੁੰਦਾ ਹੈ। ਇਸ ਦੇ ਕਾਰਨ
ਇਹਨਾਂ ਦਾ ਪਿਘਲਾਣ ਅਤੇ ਉਬਲਾਣ ਅੰਕ ਨੀਵੇਂ ਹੁੰਦੇ ਹਨ। ਪਰਮਾਣੂ ਵਿਚਕਾਰ ਇਲੈਕਟ੍ਰੋਨਾਂ ਦੀ ਸਾਂਝ ਕਾਰਨ ਚਾਰਜਿਤ ਕਣ ਨਹੀਂ ਉਤਪੰਨ ਹੁੰਦੇ, ਇਸ ਲਈ ਸੰਯੋਜਕ ਬਿਜਲੀ ਦੇ ਕੁਚਾਲਕ ਹੁੰਦੇ ਹਨ। ਬੱਚੋ, ਅਸੀਂ ਅੱਜ ਬਾਰੇ ਕਾਰਬਨ ਦੇ ਸਿੰਗਲ ਬੌਂਡ, ਡਬਲ ਬੌਂਡ, ਟ੍ਰਿਪਲ ਬੌਂਡ ਅਤੇ ਕਾਰਬਨ ਦੀ ਸਹਿਸੰਯੋਜਕਤਾ ਦੇ ਬਾਰੇ ਪੜ੍ਹਿਆ। ਧੰਨਵਾਦ।